ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਤੇ ਪਦ 3 ਵਿਚਾਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ। ਗੁਰੂ ਪਿਆਰਿਓ, ਜਿਵੇਂ ਅਕਸਰ ਆਪਾਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਕੁ ਸਮਝਾਉਂਦੇ ਹੈ ਓਨਾ ਕੁ ਪ੍ਰਾਣੀ ਸਮਝਦਾ ਹੈ, ਓਨਾ ਕੁ ਵਿਚਾਰ ਕਰਦਾ ਹੈ, ਓਨਾ ਕੁ ਸੁਣਦਾ ਹੈ ਅਤੇ ਓਨਾ ਹੀ ਬੋਲਦਾ ਹੈ। ਇਨਸਾਨ ਆਪਣੇ ਆਪ 'ਚ ਕੁਝ ਵੀ ਨਹੀਂ ਹੈ। ਜਿਵੇਂ ਸੱਚੇ ਪਾਤਸ਼ਾਹ ਚਲਾਉਂਦੇ ਹਨ ਉਸੇ ਤਰ੍ਹਾਂ ਹੀ ਚੱਲਦਾ ਹੈ ਮਿੱਟੀ ਦਾ ਪੁਤਲਾ। ਸੁਖਮਣੀ ਸਾਹਿਬ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸੁੱਖਾਂ ਦੀ ਮਣੀ, ਖਜ਼ਾਨਾ ਇਲਾਹੀ ਰਾਮ ਦਾ, ਅੰਮ੍ਰਿਤ ਦਾ ਸਾਗਰ ਸੱਚੇ ਪਾਤਸ਼ਾਹ ਨੇ ਮਨੁੱਖਤਾ ਨੂੰ ਬਖਸ਼ਿਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦਾ ਇੱਕ ਸੰਦੇਸ਼ਾ ਭੇਜਦੇ ਹਨ, ਜਿਹੜਾ ਬਹੁਤ ਹੀ ਸੌਖਾ ਹੈ ਅਤੇ ਸਾਦਾ ਹੈ। ਹਰ ਕੋਈ ਇਹਨੂੰ ਅਪਣਾ ਸਕਦਾ ਹੈ, ਇਹਦੇ ਉੱਤੇ ਅਮਲ ਕਰ ਸਕਦਾ ਹੈ, ਆਪਣੇ ਜੀਵਨ ਨੂੰ ਅਤ ਵਡਮੁੱਲਾ ਬਣਾ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਅਸ਼ਟਪਦੀ ਦੇ ਵਿੱਚ ਤਕਰੀਬਨ 1,000 ਅੱਖਰ ਹਨ। ਸੱਚੇ ਪਾਤਸ਼ਾਹ ਨੇ ਅਸ਼ਟਪਦੀ ਨੂੰ 8 ਭਾਗਾਂ ਦੇ ਵਿੱਚ ਵੰਡਿਆ ਹੈ। 8 ਪਦ ਇੱਕ ਅਸ਼ਟਪਦੀ ਦੇ ਵਿੱਚ ਹਨ। ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਆਉਂਦਾ ਹੈ। ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ, ਪ੍ਰੀਤਮ ਪਿਆਰੇ ਦੀ ਅਰਾਧਨਾ, ਉਹਦੀ ਉਸਤਤ, ਸੱਚੇ ਪਾਤਸ਼ਾਹ ਦਾ ਅਰੂਪ ਸਰੂਪ, ਇੱਕ ਦੇ ਵਿੱਚ ਅਨੇਕ ਦੇ ਵਿੱਚ ਪਸਾਰਾ, ਅਤੇ ਉਹਦਾ ਸੁਭਾਅ ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ। ਵਾਹਿਗੁਰੂ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਮਿਹਰ ਹੀ ਕਰਦਾ ਹੈ, ਕਿਸੇ ਤੋਂ ਕੁਝ ਲੈਂਦਾ ਵੀ ਨਹੀਂ, ਸਿਰਫ ਦਿੰਦਾ ਹੀ ਹੈ। ਦੇਣ ਵਾਲਾ ਹੈ, ਭਰਨ ਵਾਲਾ ਹੈ, ਦਿਆਲੂ ਹੈ, ਕਿਰਪਾਲੂ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਅਪਾਰ ਮਹਿਮਾ ਗਾਇਨ ਕੀਤੀ ਹੈ ਪ੍ਰੀਤਮ ਪਿਆਰੇ ਦੀ। ਦੂਸਰਾ ਵਿਸ਼ਾ ਉਹਨਾਂ ਸਤਸੰਗੀ ਜਨਾਂ ਦਾ ਜਿਹੜੇ ਪ੍ਰੀਤਮ ਪਿਆਰੇ ਦੀ ਭਗਤੀ ਕਰਦੇ ਹਨ ਅਤੇ ਉਹਦੀ ਬਖਸ਼ਿਸ਼ ਲੈਂਦੇ ਹਨ, ਉਹਦੀ ਮਿਹਰ ਪ੍ਰਾਪਤ ਕਰਦੇ ਹਨ, ਉਹਦਾ ਰੂਪ ਹੀ ਬਣ ਜਾਂਦੇ ਹਨ। ਪ੍ਰਭੂ ਨਿਰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਪਰ ਜਿਹੜੇ ਭਗਤ ਹਨ ਉਹ ਸਰੀਰ ਦੇ ਵਿੱਚ ਹਨ, ਨਜ਼ਰ ਆਉਂਦੇ ਹਨ, ਉਹਨਾਂ ਨਾਲ ਵਾਰਤਾਲਾਪ ਹੋ ਸਕਦੀ ਹੈ, ਉਹਨਾਂ ਦੇ ਵਿਚਾਰ ਸੁਣੇ ਜਾ ਸਕਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਭਗਤਾਂ ਅੱਗੇ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਲਈ ਤਿਆਰ ਬਰ ਤਿਆਰ ਹਨ। ਉਹਨਾਂ ਦੇ ਚਰਨਾਂ ਦੀ ਧੂੜੀ ਲੋੜਦੇ ਹਨ।
ਬਹੁਤ ਹੀ ਵੱਡਾ ਸ਼੍ਰੇਸ਼ਟ ਦਰਜਾ ਉਹਨਾਂ ਜਨ ਲੋਕਾਂ ਨੂੰ ਦਿੱਤਾ ਹੈ ਜਿਹੜੇ ਪ੍ਰਭੂ ਦੀ ਆਰਾਧਨਾ ਕਰਕੇ ਉਹਦਾ ਇੱਕ ਰੂਪ ਬਣ ਗਏ। ਤੀਸਰਾ ਵਿਸ਼ਾ, ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਦਾ ਚੁਣਿਆ ਹੈ ਜਿਹੜੇ ਸਜ਼ਾ ਭੁਗਤ ਰਹੇ ਹਨ, ਚੁਗਲੀ ਨਿੰਦਿਆ ਕਰਦੇ ਹਨ, ਲੋਕਾਂ ਉੱਤੇ ਜਿਹੜੇ ਪ੍ਰਭੂ ਦੇ ਸੇਵਕ ਹਨ ਤਾੜੀਆਂ ਲਗਾ ਕੇ ਹੱਸਦੇ ਹਨ, ਜਲੀਲ ਕਰਦੇ ਹਨ। ਉਹਨਾਂ ਨੂੰ ਪਾਤਸ਼ਾਹ ਨੇ ਨਾ ਹੋਏ ਜਾਂ ਬਿਨਾਂ ਸਾਸ ਤੋਂ ਮੁਰਦੇ, ਨਾ ਇੱਧਰ ਦੇ ਨਾ ਉੱਧਰ ਦੇ, ਅਕਿਰਤ ਘਣ, ਚੋਰ ਹਰਾਮ ਕੋਰ, ਚੋਰ ਹਰਾਮ ਖੋਰ, ਕੁੜਿਆਰ, ਪਾਪੀ, ਨਿੰਦਕ, ਸੰਤ ਦੋਖੀ ਕਹਿ ਕੇ ਉਹਨਾਂ ਦੀ ਜਗ੍ਹਾ ਦਰਸਾਈ ਹੈ। ਉਹਨਾਂ ਨੂੰ ਸਮਝਾਇਆ ਹੈ, ਭਲੀ ਭਾਂਤ ਜੇ ਕੋਈ ਪ੍ਰਭੂ ਦਾ ਪਿਆਰਾ, ਜਿਹਦੀ ਤੁਸੀਂ ਲੋਕ ਸਵੇਰ ਤੋਂ ਸ਼ਾਮ ਤੱਕ ਨਿੰਦਿਆ ਕਰਦੇ ਹੋ, ਚੁਗਲੀ ਕਰਦੇ ਹੋ, ਉਹ ਤੁਹਾਡੇ ਉੱਤੇ ਕਿਰਪਾ ਕਰ ਦੇਵੇ ਤਾਂ ਤੁਹਾਡਾ ਜੀਵਨ ਸੁਧਰ ਸਕਦਾ ਹੈ। ਤੁਸੀਂ ਮੁੜ ਕੇ ਪ੍ਰਭੂ ਨੂੰ ਪਾ ਸਕਦੇ ਹੋ, ਇਸ ਜਿਲਨ ਚੋਂ ਨਿਕਲ ਸਕਦੇ ਹੋ। ਸੱਚੇ ਪਾਤਸ਼ਾਹ ਨੇ ਸਮੇਂ ਦੀ ਮੁੱਢਲੀ ਕਿਰਿਆ ਪਲ ਤੋਂ ਸ਼ੁਰੂ ਹੁੰਦਾ ਹੈ, ਫਿਰ ਮਿੰਟਾਂ ਤੱਕ ਜਾਂਦਾ ਹੈ, ਮਿੰਟਾਂ ਤੋਂ ਘੰਟੇ ਬਣਦੇ ਹਨ, 3 ਘੰਟਿਆਂ ਤੋਂ ਇੱਕ ਪਹਿਰ ਬਣਦਾ ਹੈ। ਪਹਿਰਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਬਾਣੀ ਰਚੀ ਹੈ, ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਪਹਿਰ। ਉਹਨਾਂ ਸਮਿਆਂ ਦੇ ਵਿੱਚ ਤੜਕੇ ਉੱਠਣਾ, ਅੰਮ੍ਰਿਤ ਵੇਲੇ ਪ੍ਰਭੂ ਦਾ ਨਾਮ ਲੈਣਾ ਬਹੁਤ ਹੀ ਵੱਡੀ ਵਡਮੁੱਲੀ ਦਾਤੇ ਦੀ ਮਿਹਰ ਸਮਝੀ ਜਾਂਦੀ ਸੀ। ਸੱਚੇ ਪਾਤਸ਼ਾਹ ਨੇ ਪਹਿਰ, ਫਿਰ 24 ਘੰਟੇ ਦਿਨ ਤੇ ਰਾਤ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਕਿਉਂਕਿ ਇਨਸਾਨ ਸਮੇਂ ਦਾ ਗੁਲਾਮ ਹੈ, ਸਮੇਂ ਤੋਂ ਬਿਨਾਂ ਜੀ ਨਹੀਂ ਸਕਦਾ, ਲੋੜ ਹੈ। ਉਹਨੇ ਸਮਾਂ ਬਣਾਇਆ ਹੈ, ਪ੍ਰਭੂ ਨੂੰ ਸਮੇਂ ਦੀ ਕੋਈ ਲੋੜ ਨਹੀਂ ਹੈ, ਟਾਈਮਲੈਸ ਹੈ। ਪ੍ਰਾਣੀ ਨੂੰ ਸਮੇਂ ਦੀ ਲੋੜ ਹੈ, ਛੋਟਾ ਜੀਵਨ ਹੈ, ਮਾਪਣਾ ਜ਼ਰੂਰੀ ਹੈ, ਮਿਣਨਾ ਗਿਣਨਾ ਪ੍ਰਾਣੀ ਦਾ ਸੁਭਾਅ ਹੈ, ਹਰ ਗੱਲ ਮੰਨਣਾ ਨਹੀਂ ਕਰ ਸਕਦਾ, ਦਿਮਾਗ ਨਾਲ ਸੋਚ ਕੇ ਕਰਦਾ ਹੈ। ਇਹੀ ਸਭ ਤੋਂ ਵੱਡੀ ਇਹਦੀ ਭੁੱਲ ਹੈ। ਜਿੱਥੋਂ ਪ੍ਰਭੂ ਮਿਲਣਾ ਹੈ ਉੱਥੇ ਵਿਚਾਰਦਾ ਨਹੀਂ, ਜਿੱਥੇ ਲਾਭ ਨੁਕਸਾਨ ਮਿਲਣਾ ਗਿਣਨਾ ਸ਼ੁਰੂ ਹੁੰਦਾ ਉੱਥੇ ਟੱਕਰਾਂ ਮਾਰਦਾ ਰਹਿੰਦਾ ਹੈ। ਇੱਕ ਸੁਭਾਅ ਬਣ ਗਿਆ ਪ੍ਰਾਣੀ ਦਾ। ਸੋ ਸੱਚੇ ਪਾਤਸ਼ਾਹ ਨੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਣੀ ਨੂੰ ਸਮੇਂ ਦੇ ਨਾਲ ਸਮੇਲਿਆ ਹੈ ਕਿ ਪ੍ਰਾਣੀ ਤੈਨੂੰ 1 ਘੰਟੇ 'ਚ 1000 ਸਵਾਸ ਆਉਂਦੇ ਹਨ, 24 ਘੰਟਿਆਂ 'ਚ 24,000। ਹਰ ਇੱਕ ਸਵਾਸ ਨੂੰ ਜ਼ਰੀਆ ਬਣਾ ਲੈ, ਉਹਨੂੰ ਸਿਮਰਨ ਦਾ, ਉਹਦੀ ਭਗਤੀ ਕਰਨ ਦਾ। ਜਦੋਂ ਤੈਨੂੰ ਸਵਾਸ ਆਉਂਦਾ ਇਹਨੂੰ ਮਾਲਾ ਬਣਾ ਲੈ, ਮਾਲਾ ਦੇ ਮਣਕਿਆਂ ਨਾਲ ਟੱਕਰਾਂ ਮਾਰਦਾ ਰਹਿਣਾ।
ਤੇਰੇ ਸਵਾਸ ਮਾਲਾ ਨਾਲੋਂ ਵਡਮੁੱਲੇ ਹਨ। ਹਰ ਸਵਾਸ ਦੇ ਉੱਤੇ ਵਾਹਿਗੁਰੂ ਵਾਹਿਗੁਰੂ। ਜਦੋਂ ਆਵੇ ਉਦੋਂ ਵੀ ਵਾਹਿਗੁਰੂ, ਜਦੋਂ ਜਾਵੇ ਉਦੋਂ ਵੀ ਵਾਹਿਗੁਰੂ। 24 ਘੰਟਿਆਂ 'ਚ 24,000 ਸਵਾਸ ਤੇਰੇ ਪਵਿੱਤਰ ਹੋ ਜਾਣਗੇ। ਫਿਰ ਪ੍ਰੀਤਮ ਪਿਆਰਾ ਤੈਨੂੰ ਉਸ ਟਾਈਮਲੈਸ ਸਿਚੁਏਸ਼ਨ 'ਚ ਲੈ ਜਾਵੇਗਾ ਜਿੱਥੇ ਤੂੰ ਗਿਣਤੀ ਮਿਣਤੀ ਦੇ ਚੱਕਰਾਂ 'ਚੋਂ ਨਿਕਲ ਜਾਵੇਗਾ। ਬੇਫਿਕਰ, ਬੇਗਮ, ਅਮਰ, ਉਮਰ ਦਾ ਕੋਈ ਬੰਧਨ ਨਹੀਂ ਹੈ। ਫਿਰ ਪਿਆਰ, ਜਿਹੜੇ ਪਿਆਰ ਨੂੰ ਤੂੰ ਇਸ ਮਨੁੱਖ ਦੀ ਜ਼ਿੰਦਗੀ 'ਚ ਲੱਭਦਾ ਰਿਹਾ, ਤੈਨੂੰ ਹਮੇਸ਼ਾ ਹੀ ਸਵਾਰਥ ਲੱਭਿਆ। ਉਸ ਹਿਰਨ ਦੀ ਤਰ੍ਹਾਂ ਜਿਹਦੇ ਸਿਰ ਦੇ ਵਿੱਚ ਕਸਤੂਰੀ ਹੈ, ਐਨਰਜੀ ਉਹਦੇ ਸਿਰ ਦੇ ਵਿੱਚ ਹੈ, ਪਰ ਲੱਭਦਾ ਬੀਆਬਾਨਾਂ ਦੇ ਵਿੱਚ ਫਿਰਦਾ ਹੈ, ਰੇਤਿਆਂ ਦੇ ਟਿੱਬਿਆਂ ਦੇ ਵਿੱਚ। ਜਦੋਂ ਥੱਕ ਜਾਂਦਾ ਹੈ, ਆਰਾਮ ਕਰਦਾ ਹੈ, ਫਿਰ ਸੋਚਦਾ ਹੈ ਕਿ ਮੈਨੂੰ ਪ੍ਰਾਪਤੀ ਨਹੀਂ ਹੋਈ। ਇਸੇ ਤਰ੍ਹਾਂ ਪ੍ਰਾਣੀ ਪ੍ਰਭੂ ਤੇਰੇ ਸਿਰ ਦੇ ਵਿੱਚ ਵੱਸਦਾ ਹੈ, ਤੇਰੇ ਹਿਰਦੇ ਦੇ ਵਿੱਚ ਬਿਰਾਜਮਾਨ ਹੈ। ਤੂੰ ਲੱਭਦਾ ਹੀ ਹੋਰ ਥਾਵਾਂ 'ਤੇ ਫਿਰਦਾ ਹੈ, ਬਾਹਰ, ਜਿੱਥੋਂ ਤੈਨੂੰ ਉਹ ਪ੍ਰਾਪਤ ਨਹੀਂ ਹੁੰਦਾ। ਫਿਰ ਤੈਨੂੰ ਬੇਚੈਨੀ ਮਿਲਦੀ ਹੈ, ਬੇਚੈਨੀ ਦੇ ਵਿੱਚ ਭੱਜਦਾ ਹੈ, ਦੌੜਦਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਤੂੰ ਛੋਟਾ ਹੈ, ਮਿਸਟਰ ਹਿਊਮਨ ਬੀਇੰਗ, ਯੂ ਆਰ ਸੋ ਸਮਾਲ। ਪ੍ਰਭੂ ਬਹੁਤ ਵੱਡਾ ਹੈ, ਵੱਡਿਆਂ ਤੋਂ ਵੀ ਵੱਡਾ। ਤੂੰ ਸੋਚ ਵੀ ਨਹੀਂ ਸਕਦਾ ਕਿੰਨਾ ਵੱਡਾ। ਤੂੰ ਇਹ ਵੀ ਨਹੀਂ ਸੋਚ ਸਕਦਾ ਤੂੰ ਕਿੰਨਾ ਛੋਟਾ ਹੈ। ਛੋਟਾ ਵੱਡੇ ਕੋਲ ਚੱਲ ਕੇ ਆਪਣੇ ਆਪ ਨੂੰ ਸਮਰਪਣ ਕਰਦਾ ਹੈ। ਤਾਕਤਵਰ ਦੇ ਕੋਲ ਕਮਜ਼ੋਰ ਪੇਸ਼ ਹੋ ਕੇ ਸਮਰਪਣ ਕਰਦਾ ਹੈ। ਤੂੰ ਛੋਟਾ ਹੈ, ਤੈਨੂੰ ਆਪਣੇ ਆਪ ਨੂੰ ਛੋਟਾ ਮੰਨਣ 'ਚ ਨੁਕਸਾਨ ਕੀ ਹੈ? ਉਹ ਤੇਰਾ ਪਿਤਾ ਹੈ। ਪਿਤਾ ਤੇ ਪੁੱਤ ਦੇ ਵਿੱਚ ਕੀ ਫਰਕ? ਜੇ ਉੱਚਾ ਰੁਤਬਾ ਤੂੰ ਆਪਣੇ ਪਿਤਾ ਨੂੰ ਦੇ ਦੇਵੇਂ, ਤੇਰੀ ਇਹਦੇ ਵਿੱਚ ਸਤਿਕਾਰ ਵਾਲੀ ਅਵਸਥਾ ਹੋਵੇਗੀ ਝੱਲਿਆ। ਤੂੰ ਉਹਦਾ ਬੱਚਾ ਹੋਣ ਦਾ ਮਾਣ ਹੰਢਾ ਸਕਦਾ ਹੈ, ਉਹਦਾ ਪਿਆਰਾ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਪਹਿਲੇ ਪਦ ਨੰਬਰ 2 ਦੇ ਵਿੱਚ ਵੀ ਤੇ ਤੀਸਰੇ ਦੇ ਵਿੱਚ ਵੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੀ ਗੱਲ ਕਰਦੇ ਹਨ ਜਦੋਂ ਇਹ ਸ੍ਰਿਸ਼ਟੀ ਨਹੀਂ ਬਣੀ ਸੀ। ਰਚਣਹਾਰਾ ਸੀ ਪਰ ਰਚਨਾ ਨਹੀਂ ਸੀ। ਕ੍ਰੀਏਟਰ ਬਿਰਾਜਮਾਨ ਸੀ, ਕ੍ਰੀਏਸ਼ਨ ਨਹੀਂ ਬਣੀ ਸੀ, ਉਹਦੇ ਮਨ ਦੇ ਵਿੱਚ ਸੀ। ਉਸ ਵੇਲੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿੰਨਾ ਫਰਕ ਹੈ ਅੱਜ ਤੇ ਉਸ ਸਮੇਂ ਦਾ, ਜਦੋਂ ਪ੍ਰਭੂ ਇਕੱਲਾ ਹੀ ਸੀ, ਹੋਰ ਕੋਈ ਹੈ ਵੀ ਨਹੀਂ ਸੀ। ਉਹਨੇ ਆਪਣੇ ਆਪ ਤੋਂ ਸਾਰੀ ਲੀਲਾ ਰਚਾ ਲਈ, ਆਪਣੀ ਕ੍ਰੀਏਸ਼ਨ ਆਪ ਬਣਾ ਲਈ। ਬਹੁਤ ਮਿਹਰ ਕਰਕੇ ਉਹਨੇ ਇਹ ਸੰਸਾਰ ਰਚਿਆ ਹੈ।
ਆਸ਼ੀਰਵਾਦਾਂ ਨਾਲ, ਭਗਤੀ ਨਾਲ ਸੱਚੇ ਪਾਤਸ਼ਾਹ ਸ਼ੁਰੂ ਕਰਦੇ ਹਨ ਇਸ ਪਦ ਦੇ ਵਿੱਚ, ਅਵਨਾਸ਼ੀ ਸੁਖ ਆਪਨ ਆਸਣ, ਤੈ ਜਨਮ ਮਰਨ ਕਹੋ ਕਾਹਾਂ ਬਨਾਸਣ। ਜਦੋਂ ਪ੍ਰਭੂ ਅਮਰ ਸੁਆਮੀ, ਹਮੇਸ਼ਾ ਰਹਿਣ ਵਾਲਾ ਤੇ ਹਮੇਸ਼ਾ ਹੀ ਸੁੱਖ ਦੇਣ ਵਾਲਾ ਤੇ ਆਪਣੇ ਆਪ ਸੁੱਖ 'ਚ ਰਹਿਣ ਵਾਲਾ, ਆਪਣੇ ਆਸਣ 'ਤੇ ਬਿਰਾਜਮਾਨ ਸੀ, ਭਗਤੀ ਦੇ ਵਿੱਚ ਸੀ, ਆਪਣੀ ਭਗਤੀ ਆਪ ਕਰ ਰਿਹਾ ਸੀ, ਮਹਾ ਆਨੰਦ ਦੀ ਅਵਸਥਾ ਦੇ ਵਿੱਚ ਸੀ, ਆਪਣੀ ਸੀਟ ਉੱਤੇ, ਆਪਣੇ ਆਸਣ ਉੱਤੇ ਬਿਰਾਜਮਾਨ ਸੀ। ਤੈ ਜਨਮ ਮਰਨ ਕਹੋ ਕਾਹਾਂ ਬਨਾਸਣ। ਉਦੋਂ ਕਿਹਦਾ ਆਉਣਾ ਸੀ, ਕਿਹਦਾ ਜਾਣਾ ਸੀ, ਕਿਹੜਾ ਅਮਰ ਹੁੰਦਾ ਸੀ, ਕਿਹੜਾ ਵਿਨਾਸ਼ ਹੁੰਦਾ ਸੀ, ਮਰਦਾ ਸੀ। ਉਦੋਂ ਇਹ ਖਿਆਲ ਵੀ ਨਹੀਂ ਆਉਂਦਾ ਸੀ, ਕਿਉਂਕਿ ਅਵਿਨਾਸ਼ੀ ਪ੍ਰਭੂ ਆਪਣੀ ਸੀਟ ਦੇ ਉੱਤੇ ਬਿਰਾਜਮਾਨ ਸੀ, ਮੌਜੂਦ ਸੀ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜੰਮ ਕੀ ਤਰਾਸ ਕਹੂੰ ਕਿਸ ਹੋਏ। ਜਦੋਂ ਪੂਰਨ ਪ੍ਰਭੂ, ਸਿਰਜਣਹਾਰ ਬਣਾਉਣ ਵਾਲਾ ਪ੍ਰਗਟ ਹੋਇਆ, ਦੁਨੀਆ ਦੇ ਵਿੱਚ ਸੀ, ਅੱਜ ਵੀ ਹੈ, ਪਰ ਉਦੋਂ ਇਕੱਲਾ ਸੀ। ਕ੍ਰੀਏਸ਼ਨ ਅਜੇ ਮਨ ਦੇ ਵਿੱਚ ਸੀ, ਜ਼ਾਹਰ ਨਹੀਂ ਹੋਈ ਸੀ। ਉਦੋਂ ਜੰਮ ਦਾ, ਮੌਤ ਦਾ ਡਰ ਕਿਹਨੂੰ ਵਾਪਰਦਾ ਸੀ? ਦੁਨੀਆ ਵੀ ਨਹੀਂ ਸੀ, ਸੰਸਾਰੀ ਨਹੀਂ ਸੀ, ਜਨਮ ਮਰਨ ਨਹੀਂ ਬਣਿਆ ਸੀ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਪੂਰਨ ਮੁਕੰਮਲ ਇਕੱਲਾ ਹੀ ਇਸ ਕਾਇਨਾਤ ਦੇ ਵਿੱਚ ਮੌਜੂਦ ਸੀ। ਉਦੋਂ ਜੰਮ, ਮੌਤ ਦਾ ਡਰ, ਫੀਅਰ ਆਫ ਡੈਥ ਕੋਈ ਸੋਚ ਵੀ ਨਹੀਂ ਸਕਦਾ ਸੀ। ਜਬ ਆਵਿਕਤ ਆਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਗੁਰੂ ਪਿਆਰਿਓ, ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਦੋ ਮੈਸੇਂਜਰਸ ਆਫ ਗਾਡ, ਇੱਕ ਇੱਧਰਲੇ ਪਾਸੇ ਮੋਢੇ ਤੇ ਬੈਠਾ, ਇੱਕ ਇੱਧਰਲੇ ਪਾਸੇ ਤੇ ਬੈਠਾ ਹੈ। ਦੋਨੇ ਆਪਣੀਆਂ ਆਪਣੀਆਂ ਡਾਇਰੀਆਂ, ਰੋਜ਼ ਨਾਮਚੇ ਵਾਲੀਆਂ ਕਿਤਾਬਾਂ ਲੈ ਕੇ ਬੈਠੇ ਹਨ ਤੇ ਉਸ ਪ੍ਰਾਣੀ ਦਾ ਹਰ ਐਕਟ ਨੋਟ ਕਰੀ ਜਾਂਦੇ ਹਨ। ਵਿਸਤਾਰ ਪੂਰਵਕ ਉਹਦੀ ਮੂਵੀ ਬਣਾਈ ਜਾਂਦੇ ਹਨ। ਇਹ ਹਰ ਰੋਜ਼ ਦੀ ਉਹਨਾਂ ਦੀ ਸਪਾਈਂਗ ਹੈ। ਪ੍ਰਾਣੀ ਨੂੰ ਬਿਲਕੁਲ ਨਹੀਂ ਪਤਾ ਕਿ ਰਿਕਾਰਡ ਹੋ ਰਿਹਾ ਹੈ। ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ। ਮੀਡੀਆ ਬੜਾ ਪਾਵਰਫੁੱਲ ਹੈ। ਪਹਿਲੇ ਪੋਲੀਟੀਸ਼ੀਅਨ ਪਾਵਰਫੁੱਲ ਹੁੰਦੇ ਸਨ, ਹੁਣ ਮੀਡੀਆ ਦੇ ਕੋਲ ਤਾਕਤ ਹੈ। ਜਿਹਨੂੰ ਮਰਜ਼ੀ, ਜਿਹੜੀ ਮਰਜ਼ੀ ਕਮਜ਼ੋਰੀ ਫੜ ਕੇ ਉਹਨੂੰ ਨਸ਼ਰ ਕਰ ਸਕਦਾ ਹੈ, ਕਿਸੇ ਨੂੰ ਉੱਤੇ ਚੜ੍ਹਾ ਸਕਦਾ ਹੈ, ਕਿਸੇ ਨੂੰ ਪੈਰਾਂ ਥੱਲੇ ਵਿਛਾ ਸਕਦਾ ਹੈ। ਇਹ ਮੀਡੀਆ ਮੰਤਰ ਬੜਾ ਮਹਾਨ ਹੈ। ਪ੍ਰਭੂ ਜਦੋਂ ਪੂਰਨ ਪਰਮੇਸ਼ਰ
ਸਿਰਜਣਹਾਰ ਸੀ। ਉਦੋਂ ਮੌਤ ਦਾ ਡਰ ਕਿਹਨੂੰ ਆਉਂਦਾ ਸੀ? ਕੌਣ ਡਰਦਾ ਸੀ? ਜਬ ਆਵਿਗਤ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ। ਜਦੋਂ ਕੇਵਲ ਇੱਕ ਅਦ੍ਰਿਸ਼ਟ ਤੇ ਸਮਝ ਸੋਚ ਤੋਂ ਚਿਹਰਾ ਪ੍ਰਭੂ ਹੀ ਸੀ, ਉਦੋਂ ਅਮਲਾਂ ਦੇ ਲਿਖਾਰੀ ਫਰਿਸ਼ਤੇ ਹਿਸਾਬ ਕਿਤਾਬ ਕੀ ਤੋਂ ਪੁੱਛਦੇ ਸਨ? ਉਹ ਹੈ ਹੀ ਨਹੀਂ ਸੀ। ਉਹਨਾਂ ਦਾ ਪ੍ਰਯੋਜਨ ਕੋਈ ਨਹੀਂ ਸੀ। ਜਦੋਂ ਇੱਕੋ ਹੀ ਪ੍ਰਭੂ ਸੀ, ਉਹ ਵੀ ਰਚਨਾ ਦਾ ਇੱਕ ਹਿੱਸਾ ਹਨ, ਪਾਰਟ ਆਫ ਕ੍ਰੀਏਸ਼ਨ ਹਨ। ਉਹਨਾਂ ਦਾ ਹੋਣਾ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਜਦੋਂ ਪ੍ਰਭੂ ਇਕੱਲਾ ਹੀ ਸੀ? ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਜਦ ਕੇਵਲ ਪਵਿੱਤਰ ਅਰਖ ਤੇ ਅਥਾਹ ਮਾਲਕ ਬਿਰਾਜਮਾਨ ਸੀ, ਉਦੋਂ ਕਿਹੜਾ ਦੁਨੀਆ ਦੇ ਵਿੱਚ ਤਰਦਾ ਸੀ, ਮੋਕਸ਼ ਪ੍ਰਾਪਤ ਕਰਦਾ ਸੀ? ਕੌਣ ਸੀ ਹੋਰ ਜਿਹੜੇ ਬੇੜੀਆਂ ਦੇ ਵਿੱਚ ਨੂੜੇ ਹੋਏ ਸਨ, ਬੰਨੇ ਹੋਏ ਸਨ? ਕੌਣ ਛੁੱਟ ਜਾਂਦਾ ਸੀ, ਕੌਣ ਫਸ ਜਾਂਦਾ ਸੀ? ਇਹ ਸੰਭਵ ਨਹੀਂ ਸੀ ਕਿ ਪ੍ਰੀਤਮ ਪਿਆਰੇ ਦੇ ਅੱਗੇ ਕੋਈ ਆ ਕੇ ਆਪਣੇ ਆਪ ਨੂੰ ਵੱਡਾ ਦੱਸ ਸਕੇ। ਇਹ ਤਾਂ ਸੰਭਵ ਹੈ ਹੀ ਨਹੀਂ ਸੀ। ਕੌਣ ਬਚਦਾ, ਕੌਣ ਫਸਦਾ, ਕੌਣ ਕੜੀਆਂ ਦੇ ਵਿੱਚ ਜਕੜਿਆ ਗਿਆ। ਆਪਨ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਪ੍ਰੀਤਮ ਪਿਆਰਾ ਵਾਹਿਗੁਰੂ, ਉਹ ਅਦਭੁਤ ਹੈ, ਵੰਡਰਫੁਲ ਹੈ, ਪਰ ਉਹ ਆਪਣੇ ਆਪ ਤੋਂ ਪ੍ਰਾਪਤ ਕਰਦਾ ਹੈ। ਆਪਣੇ ਆਪ ਤੋਂ ਹੋਰ ਚਰਜਤਾ ਲੈ ਰਿਹਾ ਹੈ, ਮੁੱਕਦੀ ਹੀ ਨਹੀਂ। ਤਰਦ ਦੀ ਸੋਚ ਹੈ, ਦੁਨੀਆ ਦਾ ਬੇੜਾ ਪਾਰ ਕਰਨ ਦਾ ਖਿਆਲ ਹੈ। ਉਹ ਪ੍ਰਭੂ ਦੇ ਪਰਮੇਸ਼ਰ ਦੇ ਪਿਆਰੇ ਨੂੰ ਪਤਾ ਹੈ, ਭਲੀ ਭਾਂਤ ਜਾਣਕਾਰੀ ਹੈ। ਆਪਨ ਆਪ ਹੀ ਅਚਰਜਾ, ਉਹ ਚਰਜ ਹੈ, ਅਦਭੁਤ ਹੈ, ਹੈਰਾਨ ਕਰਨ ਵਾਲਾ ਹੈ। ਆਪਣੇ ਆਪ ਸਾਰਾ ਕੁਝ ਆਪਣੇ ਆਪ ਤੋਂ ਬਣਿਆ ਹੋਇਆ ਹੈ। ਜੈ ਨਿਰਮਲ ਪੁਰਖ ਪਤ ਹੋਤਾ, ਤੈ ਬਿਨ ਮੈਲ ਕਾਹੂੰ ਕਿਆ ਧੋਤਾ। ਜਦੋਂ ਪਰਮੇਸ਼ਰ ਪਿਆਰਾ ਇੱਕ ਪੂਰਨ ਪਵਿੱਤਰ ਵਿਅਕਤੀ ਦੇ ਰੂਪ ਦੇ ਵਿੱਚ ਸੀ, ਇਕੱਲਾ ਹੀ ਸੀ, ਕੋਈ ਸਲਾਹ ਦੇਣ ਵਾਲਾ ਨਹੀਂ ਸੀ, ਉਦੋਂ ਕੋਈ ਬਲੀਨਤਾ, ਕੋਈ ਮੈਲਾ ਨਹੀਂ ਸੀ, ਕੋਈ ਚੰਗਾ ਨਹੀਂ ਸੀ। ਆਪਾਂ ਆਮ ਸਧਾਰਨ ਜੀਵਨ ਦੇ ਵਿੱਚ ਕਹਿ ਦਿੰਦੇ ਹਾਂ ਕਿ ਕੱਪੜੇ ਮੈਲ ਨਾਲ ਭਰ ਗਏ ਹਨ, ਇਹਨਾਂ ਨੂੰ ਧੋ ਲਵੋ। ਸਰੀਰ ਦੇ ਵਿੱਚੋਂ ਸਮੈਲ ਆਉਂਦੀ ਹੈ, ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਸੁਭਾਵਕ ਹੀ ਤਨ ਤੇ ਮਨ ਤੇ ਪਦਾਰਥ, ਕੱਪੜੇ ਆਦਿ ਮੈਲੇ ਹੁੰਦੇ ਹਨ।
ਉਹਨਾਂ ਨੂੰ ਸਮੇਂ ਉੱਤੇ ਧੋ ਲਿਆ ਜਾਵੇ ਤਾਂ ਉਹ ਆਪਣਾ ਵਜੂਦ ਸਫਾਈ ਵਾਲਾ ਰੱਖ ਸਕਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਦੋਂ ਪਿਆਰਾ ਪ੍ਰੀਤਮ ਬਿਲਕੁਲ ਨਿਰਮਲ ਪੁਰਖ ਦੀ ਅਵਸਥਾ ਦੇ ਵਿੱਚ ਸੀ, ਪੁਰਖ ਮੇਲ ਜਿਹੜਾ ਕਿ ਸੱਚੇ ਪਾਤਸ਼ਾਹ ਨੇ ਬਹੁਤ ਲਫ਼ਜ਼ ਵਰਤਿਆ, ਪੁਰਖ ਵਾਲਾ। ਪੁਰਖ ਦੁਨੀਆ ਦਾ ਰਚਣਹਾਰਾ, ਮਾਂ ਤੇ ਪਿਓ, ਪੁਰਖ ਤੇ ਨਾਰੀ ਦੋਨੇ ਜ਼ਰੂਰੀ ਹਨ। ਪਰ ਜਿਹੜੇ ਪੁਰਖ ਨਿਰਮਲ ਹਨ, ਭਰੇ ਹੋਏ ਹਨ, ਉਹਦੀ ਕਿਰਪਾ ਨਾਲ ਸਿਰ ਝੁਕਾਉਂਦੇ ਹਨ, ਉਹਨਾਂ ਦੀ ਇੱਜ਼ਤ, ਉਹਨਾਂ ਦੀ ਮਹਿਮਾ ਗਣੀ ਨਹੀਂ ਜਾ ਸਕਦੀ। ਜਿਹੜੇ ਉਹਦੇ ਪਿਆਰੇ ਹਨ, ਮਨ ਤੇ ਤਨ ਦੀ ਮੈਲ ਜਿਵੇਂ ਸੋਪ ਸ਼ੈਂਪੂ ਲਾ ਦਿੰਦੇ ਹਨ, ਇਸੇ ਤਰ੍ਹਾਂ ਪ੍ਰਭੂ ਦੇ ਪਿਆਰਿਆਂ ਦਾ ਸੰਗ ਇਹਨੂੰ ਕਾਸਟਿਕ ਸੋਡੇ ਵਾਂਗੂ ਧੋ ਕੇ ਮੈਲ ਨੂੰ ਭਜਾ ਦਿੰਦਾ ਹੈ, ਪੂਰੇ ਦਾ ਪੂਰਾ ਫਰੈਸ਼ ਬਣਾ ਦਿੰਦਾ ਹੈ। ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕਉ ਮਾਨ ਕੌਣ ਅਵਮਾਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ ਕਿ ਪ੍ਰਾਣੀ ਤੇਰਾ ਮਨ ਨਾਮ ਦੇ ਨਾਲ ਹੀ ਸਾਫ਼ ਹੋਣਾ ਹੈ। ਮਨ ਨੂੰ ਸਾਬਣ ਦੇ ਨਾਲ ਨਹੀਂ ਧੋਇਆ ਜਾ ਸਕਦਾ, ਉਹਦੀ ਮਹਿਮਾ ਦੇ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਅਵਨਾਸ਼ੀ ਸੁਖ ਆਪਣ ਆਸਣ ਤੈ ਜਨਮ ਮਰਨ ਕਹੋਂ ਕਹਾਂ ਬਨਾਸਣ। When the imperishable Lord was seated on his throne, on his comfortable seat, say, where was then transmigration and destruction? There was no life and death. He was the only one all over. जय पूरन करता प्रभ सोए, तब जम की त्रास कहूँ के सहोए। When there was only that perfect Lord, the Creator, say who then did entertain the fear of death? There was no even issue. What was in the mind of Lord God, ਵਾਹਿਗੁਰੂ? ਵਾਹਿਗੁਰੂ ਦੀ ਮਰਜ਼ੀ ਹੀ ਸੀ ਕਿਸ ਤਰ੍ਹਾਂ ਦੀ ਰਚਨਾ ਰਚ ਸਕਦਾ ਸੀ। ਜੇ ਅੱਜ ਦੀ ਦੁਨੀਆ ਨਾਲੋਂ ਪ੍ਰਭੂ ਦੇ ਮਨ ਦੇ ਵਿੱਚ ਭਿੰਨਤਾ ਹੁੰਦੀ ਤਾਂ ਵੱਖਰਾ ਸਾਰਾ ਕੁਝ ਹੋਣਾ ਸੀ। ਉਹਦੀ ਮਰਜ਼ੀ ਨਾਲ ਸਾਰਾ ਕੁਝ ਬਣਿਆ ਹੈ। ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਪੂਰਨ ਹੈ, ਪਰਫੈਕਟ ਹੈ। ਉਹਦੇ ਹੁੰਦੇ ਹੋਏ ਜੰਮ ਕੀ ਤਰਾਸ ਕਾਹਦੀ, ਮੌਤ ਦਾ ਡਰ ਕਿਹਨੂੰ ਵਾਪਰਦਾ ਸੀ। ਸਾਧ ਸੰਗਤ ਮਹਾਨ ਹੈ, ਜਬ ਆਵਿਗਤ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਦ ਕੇਵਲ ਇੱਕ ਦ੍ਰਿਸ਼ਟ ਤੋਂ ਸਮਝ ਸੋਚ ਕੇ ਅਚੇਰਾ ਪ੍ਰਭੂ ਹੀ ਸੀ, ਉਦੋਂ ਅਮਲਾਂ ਦੇ ਲਿਖਾਰੀ ਫਰਿਸ਼ਤੇ
ਚਿੱਤਰ ਤੇ ਗੁਪਤ ਹਿਸਾਬ ਕਿਤਾਬ ਕੀ ਤੋਂ ਪੁੱਛਦੇ ਸੀ? ਇਨਸਾਨ ਤਾਂ ਅਜੇ ਬਣਿਆ ਨਹੀਂ ਸੀ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਜਦੋਂ ਪਵਿੱਤਰ ਆਲਖ ਅਥਾਹ ਸੁਆਮੀ ਮੌਜੂਦ ਸੀ, ਇਕੱਲਾ ਸੀ, ਰਚਨਾ ਨਹੀਂ ਰਚੀ ਸੀ, ਉਸ ਵੇਲੇ ਕੌਣ ਨਰਕਾਂ ਨੂੰ ਜਾਂਦਾ ਸੀ, ਕੌਣ ਸਵਰਗਾਂ ਨੂੰ ਜਾਂਦਾ ਸੀ, ਕੌਣ ਆਜ਼ਾਦ ਹੋ ਜਾਂਦੇ ਸਨ, ਕੌਣ ਚੇਨਾਂ ਦੇ ਵਿੱਚ ਸੰਗਲਾਂ ਦੇ ਵਿੱਚ ਨੂੜੇ ਰਹਿੰਦੇ ਸਨ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਪ੍ਰੀਤਮ ਪਿਆਰੇ ਵਾਹਿਗੁਰੂ ਸਾਰਾ ਕੁਝ ਆਪਣੇ ਆਪ ਤੋਂ ਹੀ ਪ੍ਰਾਪਤ ਕੀਤਾ ਹੈ, ਪਰ ਅਜੇ ਵੀ ਪ੍ਰੀਤਮ ਪਿਆਰੇ ਤੂੰ ਅਦਭੁਤ ਹੈ, ਸਮਝ ਤੋਂ ਬਾਹਰ ਹੈ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਾਹੂੰ ਕਿਆ ਧੋਤਾ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਉਹ ਆਪ ਸੁਆਮੀ ਆਪਣੇ ਆਪ ਤੋਂ ਹੀ ਉਹਨੇ ਉਦਭੁਤਤਾ ਫੈਲਾਈ ਹੈ ਤੇ ਉਹਨੇ ਆਪਣਾ ਸਰੂਪ ਆਪਣੇ ਆਪ ਤੋਂ ਹੀ ਪ੍ਰਭੂ ਨੇ ਸਾਜਿਆ ਹੈ, ਪੈਦਾ ਕੀਤਾ ਹੈ। ਉਹ ਰਾਜੇ ਵਿੱਚ ਵੀ ਹੈ, ਸ਼ਾਖ ਸ਼ਾਖ ਪਰਜਾ ਦੇ ਵਿੱਚ ਵੀ ਹੈ। ਇੱਕੋ ਸਮੇਂ ਦੋਨਾਂ ਪਾਸੇ ਪ੍ਰਭੂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਆਪਨ ਆਪ ਆਪ ਹੀ ਚਰਜਾ। The Lord is all by himself and himself is wonderful. ਨਾਨਕ ਆਪਨ ਰੂਪ ਆਪ ਹੀ ਉਪਰਜਾ। ਨਾਨਕ his form he himself has created. Image of Lord. God's beloved understand it and they respect them so much. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 21ਵੀਂ ਅਸ਼ਟਪਦੀ ਤੀਜੇ ਪਦ ਦੇ ਵਿੱਚ ਮਿਹਰ ਕੀਤੀ ਹੈ। ਅਵਨਾਸ਼ੀ ਸੁਖ ਆਪਣ ਆਸਣ, ਤੈ ਜਨਮ ਮਰਨ ਕਹੂੰ ਕਹਾਂ ਬਨਾਸਣ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਇਨਸਾਨ ਦੁਨੀਆ ਤੋਂ ਜਾਣ ਵਾਲੀ ਵਸਤੂ ਹੈ, ਬੈਠਣ ਵਾਲਾ ਪ੍ਰਾਣੀ ਹੈ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਇਹ ਸਮਾਂ ਸੀ ਕਿ ਉਹ ਇਕੱਲਾ ਹੀ ਸੀ, ਫਿਰ ਕਿਹਦਾ ਖਿਆਲ ਉਹਨੇ ਰੱਖਣਾ ਸੀ। ਬੇਸ਼ੱਕ ਉਹਦੇ ਮਨ ਦੇ ਵਿੱਚ ਸਾਂਭਿਆ ਪਿਆ ਸੀ ਕ੍ਰੀਏਸ਼ਨ ਦਾ ਸੰਕਲਪ, ਪਰ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਅੱਗੇ ਨਹੀਂ ਆਇਆ ਸੀ। ਆਉਣਾ ਜਾਣਾ ਦੁਨੀਆ ਦਾ ਠਿਕਾਣੇ ਬਹੁਤ ਸਨ, ਸੁਖਦਾਈ ਥਾਵਾਂ, ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਦੇ ਬਰਾਬਰ ਦੀ ਥਾਂ ਜਿੱਥੇ ਉਹ ਬਹਿ ਕੇ ਸੋਹਣਾ ਲੱਗਦਾ ਹੈ, ਦਗਦਾ ਹੈ, ਪ੍ਰਕਾਸ਼ ਹੁੰਦਾ ਹੈ, ਓਨੀ ਦੇਰ ਸੱਚੇ ਪਾਤਸ਼ਾਹ ਮਿਹਰ ਨਹੀਂ ਕਰਦੇ। ਬਾਣੀ ਨੂੰ ਗੁਰੂ ਮੰਨਦੇ ਹੋਏ ਸੌਖੇ ਤਰੀਕਿਆਂ ਨਾਲ ਸਾਨੂੰ ਸਮਝਾਉਂਦੇ ਹਨ। ਜਬ ਪੂਰਨ
करता प्रभ सोए, तब जम की तराश कहूँ के सोए। वो पूਰਨ है, मालिक है, करता धरता है। ਉਹਦੀ ਰੀਸ ਕੌਣ ਕਰ ਸਕਦਾ ਹੈ। ਤੁਸੀਂ ਪ੍ਰਾਣੀ ਵਿਸ਼ੇਸ਼ ਪ੍ਰਬੰਧ ਕਰਦੇ ਹੋ। ਜਦ ਤੁਹਾਡੇ ਘਰੇ ਕੋਈ ਪ੍ਰਾਹੁਣਾ ਆ ਜਾਵੇ, ਆਪਣੇ ਆਪ ਨੂੰ ਵੀ ਭੁੱਲ ਜਾਂਦੇ ਹੋ। ਉਹਦੀ ਮਹਿਮਾਨ ਨਵਾਜ਼ੀ ਦੇ ਵਿੱਚ ਕੋਈ ਕਸਰ ਨਾ ਰਹਿ ਜਾਵੇ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਪ੍ਰਾਣੀ ਨੂੰ ਆਪਣੀ ਈਗੋ ਨੂੰ ਮਾਰਨ ਦੀ ਸਲਾਹ ਦਿੱਤੀ ਹੈ। ਈਗੋਲੈਸ, ਆਈਲੈਸ, ਬੁਈਲੈਸ, ਯੂਲੈਸ। ਜਦੋਂ ਪ੍ਰਾਣੀ ਦੇ ਵਿੱਚੋਂ ਹੰਕਾਰ ਟਲ ਜਾਂਦਾ ਹੈ, ਬੇਸ਼ੱਕ ਪੱਕੇ ਤੌਰ 'ਤੇ ਖਹਿੜਾ ਨਹੀਂ ਛੱਡਦਾ, ਪਰ 10-15 ਮਿੰਟ ਬਹੁਤ ਹਨ। ਜੇ ਇਨਸਾਨ ਉਸ ਸਮੇਂ ਆਪਣੇ ਆਪ ਨੂੰ ਸਮਰਪਣ ਕਰ ਦੇਵੇ ਡਾਢੇ ਦੇ ਅੱਗੇ, ਤਾਂ ਉਹਦਾ ਹੀ ਬਣ ਗਿਆ। ਕੋਈ ਪ੍ਰਸ਼ਨ ਨਹੀਂ ਕੀਤਾ। ਜ਼ਿੰਦਗੀ ਨੂੰ ਪਾਲਿਆ ਦੋਨਾਂ ਨੇ ਰਲ ਕੇ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਉਸ ਸਮੇਂ ਦਾ ਚਿੱਤਰ ਖਿੱਚਿਆ ਹੈ ਜਦੋਂ ਪੁਰਖ ਨੇ ਆਪ ਸਾਰਾ ਕੁਝ ਸੰਭਾਲਿਆ ਸੀ, ਆਪਣੇ ਆਪ ਵਿੱਚ ਸੀ। ਅਜੇ ਕ੍ਰੀਏਸ਼ਨ ਦਾ ਮਨ ਦੇ ਵਿੱਚ ਖਿਆਲ ਨਹੀਂ ਆਇਆ ਸੀ। ਉਦੋਂ ਫਿਰ ਜਨਮ ਮਰਨ ਤਾਂ ਮਨੁੱਖ ਦਾ ਹੈ, ਪ੍ਰਭੂ ਦਾ ਹੈ ਹੀ ਨਹੀਂ। ਲੋਕ ਜ਼ਿਆਦਾ ਸਮਾਂ ਰਹਿਣ ਦੇ ਲਈ ਨਵੇਂ ਤਰੀਕੇ, ਨਵੀਆਂ ਬੇਨਤੀਆਂ ਅਕਸਰ ਦੁਨੀਆ ਦੇ ਵਿੱਚ ਕਰਦੇ ਸੁਣੀਦੇ, ਪਰ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਪ੍ਰਾਣੀ ਤੇਰੇ ਅੰਦਰ ਛੁਪਿਆ ਹੋਇਆ ਕਰਤਾ ਹੈ। ਤੂੰ ਹਰ ਵੇਲੇ ਉਹਦੀ ਆਰਾਧਨਾ ਕਰ ਸਕਦਾ ਹੈ। ਉਹ ਪੂਰਨ ਹੈ, ਪਰਫੈਕਟ ਹੈ। ਉਹ ਕ੍ਰੀਏਟਰ ਹੈ। ਜਿਹਦੇ ਵੱਲ ਉਹਦੀ ਨਜ਼ਰ ਆ ਗਈ, ਉਹ ਫਿਰ ਕਦੇ ਕਿਸੇ ਵੀ ਚੀਜ਼ ਤੋਂ ਡਰਦਾ ਨਹੀਂ। ਇੱਕੋ ਹੈ, ਦੂਜਾ ਕੋਈ ਹੈ ਨਹੀਂ ਉਹਦੇ ਬਰਾਬਰ ਵਰਗਾ। ਦੋ ਜਿਹੜੇ ਉਹਦੇ ਸਿਪਾਹੀ ਹੈ, ਭੇਤ ਲੈਣ 'ਤੇ ਛੱਡੇ ਹੋਏ ਹਨ, ਪ੍ਰਭੂ ਨੇ। ਪ੍ਰਾਣੀ ਹਰ ਪ੍ਰਾਣੀ ਦੇ ਨਾਲ ਰਹਿੰਦੇ ਹਨ। ਜੇ 7.5 ਬਿਲੀਅਨ ਲੋਕ ਇਸ ਧਰਤੀ 'ਤੇ ਮੌਜੂਦ ਹਨ, ਤਾਂ ਇਹ ਚਿੱਤਰਗੁਪਤ ਹੈ ਜਿਹੜੇ ਵਾਸ਼ੀ 15 ਬਿਲੀਅਨ ਦੇ ਲਾਗੇ ਛਾਗੇ ਹਨ। ਹਰ ਪ੍ਰਾਣੀ ਦੇ ਉੱਤੇ 2 ਹਨ। ਡੈਰੀ ਉੱਤੇ ਲਿਖੀ ਜਾਂਦੇ ਹਨ। ਇਹਨਾਂ ਦੀ ਉਦੋਂ ਕੋਈ ਲੋੜ ਨਹੀਂ ਸੀ ਜਦੋਂ ਪ੍ਰਭੂ ਇਕੱਲਾ ਸੀ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਨਾਥ ਨਿਰੰਜਨ, ਔਲਖ ਨਿਰੰਜਨ, ਇਹਨਾਂ ਲੋਕਾਂ ਦਾ ਦਬਕਾ ਸੰਸਾਰੀਆਂ ਨੂੰ, ਜਿਹਦਾ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਕਿ ਤੁਸੀਂ ਉਹਨਾਂ ਦੇ ਘਰ ਆ ਕੇ ਮੰਗਦੇ ਹੋ, ਜਿਨ੍ਹਾਂ ਨੂੰ ਤੁਸੀਂ ਦੇਣੇ ਪਸੰਦ ਨਹੀਂ ਕਰਦੇ, ਉਹਨਾਂ ਦੀਆਂ ਸਵਾਣੀਆਂ ਅੱਗੇ ਹੱਥ ਅੱਡ ਕੇ ਰੋਟੀ ਮੰਗਦੇ ਹੋ। ਉਹਨਾਂ ਨੂੰ ਇਹ ਹੰਕਾਰ ਚੜ੍ਹ ਗਿਆ ਕਿ ਪਹਾੜਾਂ ਉੱਤੇ ਜਾ ਕੇ ਲੋਕੇ ਬੈਠ ਕੇ ਚੇਲੇ ਰੱਖ ਲਏ, ਜਿਹੜੇ ਪਿੰਡਾਂ 'ਚੋਂ ਉਹਨਾਂ ਦਾ
ਲੰਗਰ ਆਦਿ ਇਕੱਠਾ ਕਰਕੇ ਲੈ ਕੇ ਜਾਂਦੇ ਸਨ। ਉਸ ਵੇਲੇ ਜਦੋਂ ਪ੍ਰਭੂ ਸਿਆਣਾ ਪਵਿੱਤਰ ਅਲੱਖ ਥਾ, ਕੱਲਾ ਹੀ ਸੀ, ਤਾਂ ਇਹ ਛੁੱਟਣੇ ਵਾਲੇ ਫਸਣੇ ਵਾਲੇ ਉਦੋਂ ਕਿੱਥੇ ਗਏ ਸੀ? ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਉਹ ਆਪਣੇ ਆਪ ਵਿੱਚ ਅਦਭੁਤ ਹੈ ਅਕਾਲ ਪੁਰਖ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹ ਪਰਫੈਕਟ ਹੈ, ਪੂਰਨ ਹੈ, ਉਹ ਵੰਡਰਫੁਲ ਹੈ, ਅਦਭੁਤ ਹੈ। ਉਹ ਆਪਣੇ ਆਪ ਵਿੱਚ ਮਹਾਨ ਹੈ। ਪ੍ਰਾਣੀ ਹੰਕਾਰੀ ਕਦੇ ਵੀ ਕਿਸੇ ਨੂੰ ਪਹਿਲਾਂ ਨਹੀਂ ਬੁਲਾਉਂਦੇ, ਆਕੜ ਰੱਖਦੇ ਹਨ। ਕਈ ਤਾਂ ਛੋਟੇ ਜੀਵਾਂ ਦੇ ਵਿੱਚ ਇੰਨੀ ਆਕੜ ਫਸ ਜਾਂਦੀ ਹੈ, ਇੰਨੀ ਹਉਮੈ ਫਸ ਜਾਂਦੀ ਹੈ ਕਿ ਉਹ ਆਪ ਤੋਂ ਪਿਆਰੇ ਸਤਿਕਾਰੇ ਦੇ ਕੋਲ ਉਹਨੂੰ ਵੀ ਸ਼ਰਮਾਉਂਦੇ ਹਨ। ਪਰ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੈ। ਯੋਗਤਾ ਦਾ ਸਤਿਕਾਰ ਰੱਖਣ ਵਾਲਾ ਦਾਤਾ, ਮਿਹਰ ਕਰਨ ਵਾਲਾ ਵਿਧਾਤਾ, ਹਰ ਪਲ ਹਰ ਛਿਨ ਆਪਣੀ ਸੰਗਤ ਬਾਰੇ ਸੋਚਦਾ ਹੈ, ਆਪਣੇ ਪਿਆਰਿਆਂ ਬਾਰੇ ਸੋਚਦਾ ਹੈ। ਗੁਰੂ ਪਿਆਰਿਓ, ਨਿਰੰਜਨ ਨਿਰੰਕਾਰ ਨਿਰਵਾਨ, ਆਕਾਰ ਰਹਿਤ, ਨਿਰਲੇਪ, ਅਭਿਮਾਨ ਤੋਂ ਤੇ ਨਿਰਮਾਣ, ਜਿਹਨੂੰ ਮਾਣ ਦੀ ਕੋਈ ਲੋੜ ਹੀ ਨਾ ਹੋਵੇ। ਉਹਨੂੰ ਇਹ ਲੱਗੇ ਕਿ ਸਾਰੇ ਪਿੰਡ ਦੇ ਲੋਕ ਹੀ ਮੇਰਾ ਗੀਤ ਗਾ ਰਹੇ ਹਨ। ਜਬ ਨਿਰੰਜਨ ਨਿਰੰਕਾਰ ਨਿਰਮਾਨ, ਤੈ ਕੌਣ ਕਉ ਮਾਨ, ਕੌਣ ਅਭਿਮਾਨ। ਕੇਵਲ ਉਜਲ ਪਰਫੈਕਟ, ਆਚਾਰ ਰਹਿਤ, ਸਕੈਚ ਰਹਿਤ, ਬਿਲਕੁਲ ਈਗੋ ਰਹਿਤ, ਪ੍ਰੀਤਮ ਪਿਆਰਾ, ਫਾਰਮਲੈਸ। ਉਹਦੀ ਅਪਾਰ ਕਿਰਪਾ ਨਾਲ ਉਹਦਾ ਮਾਣ ਅਭਿਮਾਨ ਛੁੱਟ ਗਿਆ। ਉਹਦੀ ਸੋਚ ਨੂੰ ਚਾਰ ਚੰਨ ਲੱਗ ਗਏ। ਉਹ ਈਗੋਲੈਸ ਬਣ ਗਿਆ, ਟਾਈਮਲੈਸ ਬਣ ਗਿਆ। ਜਦੋਂ ਪ੍ਰਭੂ ਇਕੱਲਾ ਸੀ, ਇਹ ਮਾਣ ਸਤਿਕਾਰ ਵਾਲਾ, ਮਾਪਣ ਤੇ ਤੋਲਣ ਵਾਲਾ ਸਿਸਟਮ ਵੀ ਪ੍ਰਭੂ ਨੂੰ ਕੋਈ ਉਹਦੀ ਆਵਸ਼ਕਤਾ ਨਹੀਂ ਸੀ। ਉਹ ਜੋਤ ਸਰੂਪ ਹੈ। When the embodiment of light was immersed with his own light, who did there then feel hungry and satiated? ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।